ਧਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ। ਮਾਰੂ ਸੋਲ੍ਹੇ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਦਿਸੈ ਸੋ ਏਕੋ ਤੂੰ ਹੈ, ਬਾਣੀ ਤੇਰੀ ਸ਼੍ਰਵਣ ਸੁਣੀਐ। हे ਪ੍ਰਭੂ, ਜਗਤ ਵਿੱਚ ਜੋ ਕੁਝ ਦਿਸ ਰਿਹਾ ਹੈ, ਇਹ ਸਭ ਕੁਝ ਸਿਰਫ ਤੂੰ ਹੀ ਤੂੰ ਹੈ। ਸਭ ਜੀਵਾਂ ਵਿੱਚ ਤੂੰ ਹੀ ਬੋਲ ਰਿਹਾ, ਤੇਰਾ ਹੀ ਬੋਲ ਕੰਨੀ ਸੁਣਿਆ ਜਾ ਰਿਹਾ ਹੈ। ਫਿਰ ਫਰਮਾਨ ਹੈ, ਦੂਜੀ ਅਵਰ ਨਾ ਜਾਪ ਸਕਾਈ, ਸਗਲ ਤੁਮਾਰੀ ਧਾਰਨਾ। ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਕੋਈ ਵੀ ਸ਼ੈ ਤੈਥੋਂ ਵੱਖਰੀ ਨਹੀਂ ਦਿਸ ਰਹੀ। ਫਿਰ ਫਰਮਾਨਾ ਹੈ, ਆਪ ਚਿਤਾਰੇ ਆਪਣਾ ਕੀਆ, ਆਪੇ ਆਪ ਪ੍ਰਭ ਥੀਆ। ਫਿਰ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਭਾਈ, ਆਪਣੇ ਪੈਦਾ ਕੀਤੇ ਜਗਤ ਦੀ ਪ੍ਰਭੂ ਆਪ ਹੀ ਸੰਭਾਲ ਕਰ ਰਿਹਾ ਹੈ। ਹਰ ਥਾਂ ਪ੍ਰਭੂ ਆਪ ਹੀ ਆਪ ਹੈ। ਪ੍ਰਭੂ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕਰਕੇ ਇਹ ਜਗਤ ਸਾਰਾ ਰਚਿਆ ਹੈ। ਆਪ ਉਪਾਏ ਰਚਨ ਪਸਾਰਾ, ਆਪੇ ਘੜ ਘੜ ਸਾਰਨਾ। ਸਾਰਨਾ ਕਹਿੰਦੇ ਹਨ, ਸਾਰ ਲੈਂਦਾ ਹੈ, ਸਾਰ ਲੈਣੀ। ਇਹ ਸਾਰੀ ਖੇਡ ਰਚ ਕੇ ਉਹ ਅਕਾਲ ਪੁਰਖ ਪਰਮੇਸ਼ਰ ਇਸ ਪਸਾਰੇ ਨੂੰ ਰਚ ਕੇ ਉਹਨੇ ਰਚਿਆ ਹੈ। ਹਰੇਕ ਸਰੀਰ ਵਿੱਚ ਆਪ ਹੀ ਵਿਆਪਕ ਹੋ ਕੇ ਸਭ ਦੀ ਸਾਰ ਲੈਂਦਾ ਹੈ। ਫਿਰ ਫਰਮਾਨ ਹੈ, ਇੱਕ ਉਪਾਏ ਵੱਡ ਦਰਬਾਰੀ, ਇੱਕ ਉਦਾਸੀ ਇੱਕ ਘਰ ਬਾਰੀ। ਇੱਕ ਭੂਖੇ ਇੱਕ ਤਿਰਬਤ ਅਗਾਏ, ਸਭ ਸਹਿ ਤੇਰਾ ਪਾਰਨਾ। ਪਾਰਨਾ ਕਹਿੰਦੇ ਹਨ ਆਸਰੇ ਨੂੰ। हे ਪ੍ਰਭੂ, ਤੂੰ ਕੀ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਹਨ, ਕਈ ਤਿਆਗੀ ਤੇ ਕਈ ਗ੍ਰਸਤੀ ਬਣਾ ਦਿੱਤੇ ਹਨ। ਤੂੰ ਕਈ ਤਾਂ ਅਜਿਹੇ ਪੈਦਾ ਕੀਤੇ ਹਨ ਜੋ ਸਦਾ ਤ੍ਰਿਸ਼ਨਾ ਦੇ ਅਧੀਨ ਰਹਿੰਦੇ ਹੈ, ਜਿਹੜੇ ਹਰ ਵਕਤ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਭੁੱਜਦੇ ਰਹਿੰਦੇ ਹੈ। ਤੂੰ ਕਈ ਐਸੇ ਪੈਦਾ ਕੀਤੇ ਹਨ ਤੇ ਕਈ ਪੂਰਨ ਤੌਰ ਤੇ ਰੱਜੇ ਹੋਏ ਹਨ, ਭਾਵ ਸਬਰ ਸੰਤੋਖ ਵਾਲੇ ਵੀ ਕਈ ਐਸੇ ਹਨ। ਹਰੇਕ ਜੀਵ ਨੂੰ ਤੇਰਾ ਹੀ ਸਹਾਰਾ ਹੈ। ਫਿਰ ਅੱਗੇ ਫਰਮਾਨ ਹੈ, ਆਪੇ ਸਤ 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 ਸਾਚਾ, ਓਤ ਪੋਤ ਭਗਤਨ ਸੰਗਰਾਚਾ। हे ਭਾਈ, ਪਰਮਾਤਮਾ ਸਿਰਫ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਤਾਣੇ ਪੇਟੇ ਵਾਂਗ, ਓਤ ਪੋਤ ਕਹਿੰਦੇ ਹਨ ਤਾਣੇ ਪੇਟੇ ਨੂੰ, ਤਾਣੇ ਪੇਟੇ ਵਾਂਗ ਆਪਣੇ ਭਗਤਾਂ ਨਾਲ ਰਚਿਆ ਮਿਚਿਆ ਰਹਿੰਦਾ ਹੈ ਉਹ ਅਕਾਲ ਪੁਰਖ ਪਰਮੇਸ਼ਰ।
ਜੀਵਾਤਮਾ ਦੇ ਰੂਪ ਵਿੱਚ ਹਰੇਕ ਜੀਵ ਦੇ ਅੰਦਰ ਆਪ ਹੀ ਲੁਕਿਆ ਹੋਇਆ ਹੈ। ਆਪੇ ਗੁਪਤ ਆਪੇ ਹੈ ਪ੍ਰਗਟ, ਆਪਣਾ ਆਪ ਪਸਾਰਨ। ਗੁਪਤ ਕਹਿੰਦੇ ਹਨ ਲੁਕੇ ਹੋਏ ਨੂੰ। ਹਰੇਕ ਦੇ ਅੰਦਰ ਗੁਪਤ ਰੂਪ ਵਿੱਚ ਲੁਕਿਆ ਹੋਇਆ ਹੈ ਤੇ ਇਹ ਦਿਸਦਾ ਪਸਾਰਾ ਵੀ, ਜੋ ਪ੍ਰਗਟ ਦਾ ਮਤਲਬ ਦਿਸਦਾ ਹੋਇਆ, ਜੋ ਇਹਨਾਂ ਅੱਖਾਂ ਨਾਲ ਸਾਰਾ ਪਸਾਰਾ ਦਿਸ ਰਿਹਾ ਹੈ, ਇਹ ਵੀ ਉਹ ਆਪ ਹੀ ਹੈ। ਜਗਤ ਰੂਪ ਵਿੱਚ ਉਸਨੇ ਆਪਣੇ ਆਪ ਨੂੰ ਆਪ ਹੀ ਖਿਲਾਰਿਆ ਹੋਇਆ ਹੈ। ਫਿਰ ਫਰਮਾਨ ਹੈ, ਸਦਾ ਸਦਾ ਸਦ ਹੋਵਨਹਾਰਾ, ਊਚਾ ਅਗਮ ਅਥਾਉ ਅਪਾਰਾ। ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਇਹ ਭਾਈ ਪਰਮਾਤਮਾ ਸਦਾ ਹੀ ਜਿਉਂਦਾ ਰਹਿਣ ਵਾਲਾ ਹੈ। ਆਤਮਿਕ ਅਵਸਥਾ ਵਿੱਚ ਉਹ ਬਹੁਤ ਉੱਚਾ ਹੈ, ਅਪਹੁੰਚ ਹੈ, ਅਥਾਹ ਹੈ, ਬੇਅੰਤ ਹੈ। ਫਿਰ ਫਰਮਾਨ ਹੈ, ਊਣੇ ਭਰੇ ਭਰੇ ਭਰ ਊਣੇ, ਇਹ ਚਲਤ ਸੁਆਮੀ ਕੇ ਕਾਰਨ। ਉਸ ਮਾਲਕ ਪ੍ਰਭੂ ਦੇ ਇਹ ਕੌਤਕ ਤਮਾਸ਼ੇ ਹਨ ਕਿ ਸਖਣੇ। ਊਣੇ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਭਾਂਡਾ ਊਣਾ ਹੈ, ਤਾਂ ਸਤਿਗੁਰੂ ਪਾਤਸ਼ਾਹ ਸਮਝਾਉਣੇ ਕਰਦੇ ਹਨ, ਕਹਿੰਦੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਕੌਤਕ ਤਮਾਸ਼ੇ ਹਨ ਕਿ ਸਖਣੇ ਭਾਂਡੇ ਭਰ ਦਿੰਦਾ ਹੈ, ਖਾਲੀਆਂ ਨੂੰ ਭਰ ਦਿੰਦਾ ਹੈ ਤੇ ਭਰਿਆਂ ਨੂੰ ਖਾਲੀ ਕਰ ਦਿੰਦਾ ਹੈ। ਉਹ ਸਭ ਕੁਝ ਕਰਨ ਦੇ ਯੋਗ ਹੈ। ਊਣੇ ਦਾ ਮਤਲਬ ਜਿਨ੍ਹਾਂ ਵਿੱਚ ਕੋਈ ਸਮਰੱਥਾ ਨਹੀਂ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ, ਉਹਨਾਂ ਦੀ ਜੈ ਜੈਕਾਰ ਹੋਣ ਲਾ ਦਿੰਦਾ ਹੈ। ਤੇ ਜਿਨ੍ਹਾਂ ਦੀ ਤੂਤੀ ਬੋਲਦੀ ਹੈ, ਜੈ ਜੈਕਾਰ ਹੁੰਦੀ ਹੈ, ਉਹਨਾਂ ਨੂੰ ਖਿੰਦ ਦੇ ਵਿੱਚ ਹੀ ਮਿੱਟੀ 'ਚ ਮਿਲਾ ਕੇ ਰੱਖ ਦਿੰਦਾ ਹੈ। ਇਹ ਜਾਂ ਕੁਛ ਤਾਂ ਆਪਣੀ ਅੱਖਾਂ ਦੇ ਸਾਹਮਣੇ ਵੀ ਹੁੰਦਾ ਹੈ। ਜਿਹੜੀ ਬੜੀ ਚੱਲ ਵੱਲ ਹੁੰਦੀ ਹੈ, ਪਤਾ ਹੀ ਨਹੀਂ ਲੱਗਦਾ ਕਦੋਂ ਉਹਨੂੰ ਮਿੱਟੀ 'ਚ ਮਿਲਾ ਦਿੰਦਾ ਉਹ ਪਰਮਾਤਮਾ, ਤੇ ਪਤਾ ਹੀ ਨਹੀਂ ਕਦੋਂ ਕਿਸੇ ਨੂੰ ਵਡਿਆਈ ਦੇ ਦੇਵੇ। ਇਸੇ ਦੀ ਗੱਲ ਸਤਿਗੁਰੂ ਪਾਤਸ਼ਾਹ ਕਰ ਰਹੇ ਹੈ। ਤਾਂ ਫਿਰ ਅੱਗੇ ਫਰਮਾਨ ਹੈ, ਮੁਖ ਸਲਾਹੀ ਸੱਚੇ ਸਾਹਾ, ਨੈਣੀ ਪੇਖਾਂ ਅਗਮ ਅਥਾਹ। हे ਸਦਾ ਕਾਇਮ ਰਹਿਣ ਵਾਲੇ ਪਾਤਸ਼ਾਹ, ਮਿਹਰ ਕਰ, ਮੈਂ ਮੂੰਹੋਂ ਤੇਰੀ ਸਿਫਤ ਸਲਾਹ ਕਰਦਾ ਰਹਾ। हे ਅਪਹੁੰਚ ਤੇ ਅਥਾਹ ਪ੍ਰਭੂ, ਕਿਰਪਾ ਕਰ, ਹਰ ਥਾਂ ਮੈਂ ਤੈਨੂੰ ਅੱਖਾਂ ਨਾਲ ਵੇਖਾਂ ਤੇ ਕੰਨਾਂ ਨਾਲ ਤੇਰੀ ਸਿਫਤ ਸਲਾਹ ਸੁਣ ਸੁਣ ਕੇ ਮੇਰਾ ਮਨ, ਮੇਰਾ ਤਨ। ਫਿਰ ਫਰਮਾਨ ਹੈ, ਕਰਨੀ ਸੁਣ ਸੁਣ ਮਨ ਤਨ ਹਰਿਆ, ਮੇਰੇ ਸਾਹਿਬ ਸਗਲ ਉਦਾਹਰਣ। ਇਹਨਾਂ ਅੱਖਾਂ ਨਾਲ ਮੈਂ ਹਰ ਥਾਂ ਤੇ ਵੇਖਾਂ ਤੇ ਕੰਨਾਂ ਨਾਲ ਤੇਰੀ ਸਿਫਤ ਸਲਾਹ ਦੀ ਬਾਣੀ ਸੁਣ ਕੇ ਮੇਰਾ ਸਰੀਰ, ਮੇਰਾ ਮਨ ਆਤਮਿਕ ਜੀਵਨ ਨਾਲ ਹਰਿਆ ਭਰਿਆ ਹੋਇਆ ਰਹੇ। ਇਹੋ ਜੀ ਕਿਰਪਾ ਕਰ। ਇਹ ਮੇਰੇ ਮਾਲਕ, ਤੂੰ ਸਭਨਾ ਜੀਵਾਂ ਦਾ ਬੇੜਾ ਪਾਰ ਕਰਨ ਵਾਲਾ ਹੈ। ਫਿਰ ਫਰਮਾਨ ਹੈ, ਕਰ ਕਰ ਵੇਖੈ ਕੀਤਾ ਆਪਣਾ, ਜੀ ਜੰਤ ਸੋਈ ਹੈ ਜਪਣਾ। ਆਪਣੀ ਕੁਦਰਤ ਆਪੇ ਜਾਣੈ, ਨਦਰੀ ਨਦਰ ਨਿਹਾਲਣਾ। हे ਪ੍ਰਭੂ, ਤੂੰ ਸਭ ਜੀਵਾਂ ਨੂੰ ਪੈਦਾ ਕਰ ਕਰਕੇ ਆਪਣੇ ਪੈਦਾ ਕੀਤਿਆਂ ਦੀ ਸੰਭਾਲ ਕਰਦਾ ਹੈ। हे ਭਾਈ, ਸਾਰੇ ਜੀ ਜੰਤ ਉਸੇ ਸਿਰਜਣਹਾਰ ਨੂੰ ਜਪਦੇ ਹਨ। ਆਪਣੀ ਕੁਦਰਤ ਪੈਦਾ ਕਰਨ ਦੀ ਤਾਕਤ ਨੂੰ ਆਪ ਹੀ ਜਾਣਦਾ ਹੈ ਉਹ ਅਕਾਲ ਪੁਰਖ ਪਰਮੇਸ਼ਰ।
ਮਿਹਰ ਦਾ ਮਾਲਕ ਪ੍ਰਭੂ ਮਿਹਰ ਦੀ ਨਿਗਾਹ ਨਾਲ ਸਭ ਵੱਲ ਤੱਕਦਾ ਹੈ। ਫਿਰ ਫਰਮਾਨ ਹੈ, ਸੰਤ ਸਭਾ ਜੈ ਬੈਸੇ ਪ੍ਰਭ ਪਾਸੇ, ਆਨੰਦ ਮੰਗਲ ਹਰ ਚਲਤ ਤਮਾਸੇ, ਗੁਣ ਗਾਵਹਿ ਅਨਹਦ ਧੁਨ ਬਾਣੀ, ਤਹ ਨਾਨਕ ਦਾਸ ਚਿਤਾਰਨਾ। ਇਹ ਭਾਈ, ਜਿਸ ਸਾਧ ਸੰਗਤ ਵਿੱਚ ਸੰਤ ਜਨ ਪ੍ਰਭੂ ਦੇ ਪਿਆਰੇ ਪ੍ਰਭੂ ਦੇ ਚਰਨਾਂ ਵਿੱਚ ਬੈਠਦੇ ਹਨ, ਪ੍ਰਭੂ ਦੇ ਕੌਤਕ ਤਮਾਸ਼ਿਆਂ ਦਾ ਜ਼ਿਕਰ ਕਰਕੇ ਆਤਮਿਕ ਆਨੰਦ ਖੁਸ਼ੀਆਂ ਮਾਣਦੇ ਹਨ ਤੇ ਇੱਕ ਰਸ ਇੱਕ ਸੁਰ ਵਿੱਚ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣਗਾਨ ਕਰਦੇ ਹਨ। ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਉਸ ਸਾਧ ਸੰਗਤ ਵਿੱਚ ਦਾਸ ਨਾਨਕ ਵੀ ਉਸ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਏ। ਅੱਗੇ ਫਰਮਾਨ ਹੈ, ਆਵਣ ਜਾਣਾ ਸਭ ਚਲਤ ਤੁਮਾਰਾ, ਕਰ ਕਰ ਦੇਖੈ ਖੇਲਿਆ ਪਾਰਾ। हे ਪ੍ਰਭੂ, ਜੀਵਾਂ ਦਾ ਜੰਮਣਾ ਤੇ ਮਰਨਾ ਇਹ ਸਾਰਾ ਤੇਰਾ ਰਚਿਆ ਖੇਲ ਹੈ। ਇਸ ਕਰਕੇ ਕਹਿੰਦੇ, हे ਭਾਈ, ਬੇਅੰਤ ਪ੍ਰਭੂ ਇਹ ਖੇਲ ਕਰ ਕਰਕੇ ਵੇਖ ਰਿਹਾ ਹੈ। ਇਹ ਸਭ ਕੁਝ ਕਰਕੇ ਉਹ ਦੇਖ ਰਿਹਾ ਹੈ। ਆਪ ਉਪਾਏ ਉਪਾਵਨ ਹਾਰਾ, ਆਪਣਾ ਕੀਆ ਪਾਲਣਾ। ਪੈਦਾ ਕਰਨ ਦੀ ਸਮਰੱਥਾ ਵਾਲਾ ਪ੍ਰਭੂ ਆਪ ਜੀਵਾਂ ਨੂੰ ਪੈਦਾ ਕਰਦਾ ਹੈ, ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪ ਹੀ ਪਾਲਦਾ ਹੈ। ਫਿਰ ਅੱਗੇ ਫਰਮਾਨ ਹੈ, ਸੁਣ ਸੁਣ ਜੀਵਾ ਸੋਏ ਤੁਮਾਰੀ, ਸਦਾ ਸਦਾ ਜਾਈ ਬਲਿਹਾਰੀ। हे ਪ੍ਰਭੂ, ਤੇਰੀ ਸੋਭਾ ਸੁਣ ਸੁਣ ਕੇ ਮੈਂ ਆਤਮਿਕ ਜੀਵਨ ਹਾਸਲ ਕਰਦਾ ਹਾਂ। ਮੈਂ ਤੈਥੋਂ ਸਦਾ ਹੀ ਸਦਕੇ ਹਾਂ, ਬਲਿਹਾਰਨੇ ਹਾਂ, ਵਾਰਨੇ ਜਾਂਦਾ ਹਾਂ। हे ਮੇਰੇ ਅਪਹੁੰਚ ਤੇ ਬੇਅੰਤ ਮਾਲਕ, ਦੋਏ ਕਰ ਜੋੜ ਸਿਮਰੋ ਦਿਨ ਰਾਤੀ, ਮੇਰੇ ਸੁਆਮੀ ਅਗਮ ਅਪਾਰਣ। हे ਬੇਅੰਤ ਪ੍ਰਭੂ, ਜਦੋਂ ਤੇਰੀ ਮਿਹਰ ਹੁੰਦੀ ਹੈ ਮੈਂ ਦੋਵੇਂ ਹੱਥ ਜੋੜ ਕੇ ਦਿਨ ਰਾਤ ਤੈਨੂੰ ਸਿਮਰਦਾ ਹਾਂ। ਦੋਏ ਕਰ, ਕਰ ਕਹਿੰਦੇ ਹਨ ਹੱਥਾਂ ਨੂੰ, ਦੋਏ ਕਰ ਜੋੜ ਸਿਮਰੋ ਦਿਨ ਰਾਤੀ। ਜਦੋਂ ਤੇਰੀ ਮਿਹਰ ਹੁੰਦੀ ਹੈ ਤਾਂ ਮੈਂ ਦੋਨੇ ਹੱਥ ਬੰਨ੍ਹ ਕੇ ਤੈਨੂੰ ਸਿਮਰਦਾ ਹਾਂ। हे ਮੇਰੇ ਪ੍ਰਭੂ। ਫਿਰ ਅੱਗੇ ਫਰਮਾਨ ਹੈ, ਤੁਧ ਬਿਨ ਦੂਜੇ ਕਿਸ ਸਲਾਹੀ, ਏਕੋ ਏਕ ਜਪੀ ਮਨ ਮਾਹੀ। हे ਪ੍ਰਭੂ, ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦੀ ਸਿਫਤ ਸਲਾਹ ਨਹੀਂ ਕਰ ਸਕਦਾ। ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ, ਹੋਰ ਮੈਨੂੰ ਕਿਸੇ ਤੇ ਭਰੋਸਾ ਨਹੀਂ ਹੈ। ਤੇਰੇ ਤੋਂ ਬਿਨਾ, ਤੈਨੂੰ ਛੱਡ ਕੇ ਮੈਂ ਕਿਸੇ ਨੂੰ ਨਹੀਂ ਹੋਰ ਯਾਦ ਕਰ ਸਕਦਾ, ਸਿਮਰ ਸਕਦਾ। ਹੋਰ ਕਿਹਨੂੰ ਮੈਂ ਸਿਮਰਾਂ? ਮੈਂ ਆਪਣੇ ਮਨ ਦੇ ਵਿੱਚ ਸਿਰਫ ਤੇ ਸਿਰਫ ਇੱਕ ਤੈਨੂੰ ਹੀ ਜਪਦਾ ਹਾਂ। ਹੁਕਮ ਬੂਝ ਜਨ ਭਏ ਨਿਹਾਲਾ, ਇਹ ਭਗਤਾਂ ਕੀ ਘਾਲਣਾ। ਤੇਰੇ ਸੇਵਕ ਤੇਰੀ ਰਜਾ ਨੂੰ ਸਮਝ ਕੇ ਸਦਾ ਖਿੜੇ ਮੱਥੇ ਰਹਿੰਦੇ ਹਨ, ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਇਹ ਹੈ ਤੇਰਿਆਂ ਭਗਤਾਂ ਦੀ ਘਾਲ ਕਮਾਈ, ਘਾਲਣਾ। ਇਹ ਹੈ ਉਹਨਾਂ ਦੀ ਘਾਲਣਾ ਵੀ ਉਹ ਸਦਾ ਤੇਰੀ ਰਜਾ ਦੇ ਵਿੱਚ ਤੁਰਦੇ ਹੈ, ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਫਿਰ ਅੱਗੇ ਫਰਮਾਨ ਹੈ, ਗੁਰ ਉਪਦੇਸ਼ ਜਪੀਐ ਮਨ ਸਾਚਾ,
ਗੁਰ ਉਪਦੇਸ਼ ਰਾਮ ਰੰਗ ਰਾਚਾ। ਗੁਰ ਉਪਦੇਸ਼ ਟੂਟੇ ਸਭ ਬੰਧਨ, ਇਹੋ ਭਰਮ ਮੋਹ ਪਰ ਜਾਲਨਾ। ਫਿਰ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ हे ਭਾਈ, ਗੁਰੂ ਦੇ ਉਪਦੇਸ਼ ਦੀ ਰਾਹੀਂ ਮਨ ਵਿੱਚ ਸਦਾ ਥਿਰ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ। ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਮਨ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰਚਿਆ ਮਿਚਿਆ ਰਹਿੰਦਾ ਹੈ। ਇਸ ਕਰਕੇ ਕਹਿੰਦੇ हे ਭਾਈ, ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ। ਮਨੁੱਖ ਦੀ ਇਹ ਭਟਕਣਾ, ਮਨੁੱਖ ਦਾ ਇਹ ਮੋਹ ਚੰਗੀ ਤਰ੍ਹਾਂ ਪਰ ਜਾਲਣਾ, ਜਾਲਣਾ ਦਾ ਮਤਲਬ ਸੜ ਜਾਣਾ। ਕਹਿੰਦੇ ਚੰਗੀ ਤਰ੍ਹਾਂ ਇਹ ਮੋਹ ਹੈ ਜਿਹੜਾ ਸੜ ਜਾਂਦਾ। ਫਿਰ ਅੱਗੇ ਫਰਮਾਨ ਹੈ, ਜਹ ਰਾਖੈ ਸੋਈ ਸੁਖ ਥਾਨਾ, ਸਹਿਜੇ ਹੋਏ ਸੋਈ ਭਲ ਮਾਨਾ। ਇਹ ਭਾਈ, ਐਸਾ ਕੋਵਡ ਭਾਗੀ ਆਇਆ ਜਿਹੜਾ ਇਹ ਨਿਸ਼ਚਾ ਰੱਖਦਾ ਹੈ ਕਿ ਜਿੱਥੇ ਪ੍ਰਮਾਤਮਾ ਸਾਨੂੰ ਰੱਖਦਾ ਹੈ ਉਹੀ ਸਾਡੇ ਵਾਸਤੇ ਸੁਖ ਦੇਣ ਵਾਲਾ ਥਾਂ ਹੈ। ਕਹਿੰਦੇ ਐਸਾ ਕੋਈ ਹੈ ਵਡਭਾਗੀ, ਵੱਡੇ ਭਾਗਾਂ ਵਾਲਾ, ਜਿਹੜਾ ਇਸ ਚੀਜ਼ ਨੂੰ ਮੰਨਦਾ ਹੈ। ਵੀ ਇਹ ਆਪਦੇ ਮਨ ਦੇ ਵਿੱਚ ਸੋਚਦਾ ਹੈ ਤੇ ਇਹ ਕਹਿੰਦਾ ਹੈ ਵੀ ਜਿੱਥੇ ਉਹ ਅਕਾਲ ਪੁਰਖ ਪਰਮੇਸ਼ਰ ਰੱਖਦਾ ਹੈ ਉਹ ਬਹੁਤ ਚੰਗਾ ਹੈ। ਚਾਹੇ ਸੁੱਖ ਦੇ ਵਿੱਚ ਹੈ, ਚਾਹੇ ਦੁੱਖ ਦੇ ਵਿੱਚ ਹੈ, ਚਾਹੇ ਅਮੀਰੀ ਹੈ, ਚਾਹੇ ਗਰੀਬੀ ਹੈ, ਚਾਹੇ ਕੁਛ ਵੀ ਹੈ। ਕਹਿੰਦੇ ਕੋਈ ਵਿਰਲਾ ਹੀ ਹੈ ਜਿਹੜਾ ਇਸ ਚੀਜ਼ ਨੂੰ ਮੰਨਦਾ ਵੀ ਹਾਂ, ਜਿੱਥੇ ਪ੍ਰਮਾਤਮਾ ਰੱਖਦਾ ਹੈ ਉਹਦੀ ਰਜਾ ਦੇ ਵਿੱਚ ਆਨੰਦ ਮੰਗਲ ਹੈ, ਬਹੁਤ ਕੁਛ ਹੈ। ਜਿਹੜਾ ਮਨੁੱਖ ਜੋ ਕੁਝ ਰਜਾ ਵਿੱਚ ਹੋ ਰਿਹਾ ਉਸ ਨੂੰ ਭਲਾਈ ਵਾਸਤੇ ਹੋ ਰਿਹਾ ਮੰਨਦਾ ਵੀ ਇਹ ਮੇਰੇ ਭਲੇ ਵਾਸਤੇ ਹੀ ਹੈ ਜਿਹੜਾ ਕੁਛ ਹੋ ਰਿਹਾ। ਇਸ ਤਰ੍ਹਾਂ ਜਿਹੜਾ ਮੰਨਦਾ ਹੈ। ਫਿਰ ਅੱਗੇ ਫਰਮਾਨ ਹੈ, ਬਿਨਸੈ ਬੈਰ ਨਾਹੀ ਕੋ ਬੈਰੀ, ਸਭ ਏਕੋ ਹੈ ਭਾਲਣਾ। ਕਹਿੰਦੇ ਜਿਸ ਫਿਰ ਇਸ ਤਰ੍ਹਾਂ ਜਿਹੜਾ ਭਲਾਈ ਵਾਸਤੇ ਮੰਨਦਾ ਵੀ ਜਿਹੜਾ ਕੁਛ ਹੋ ਰਿਹਾ ਉਹ ਸਭ ਕੁਛ ਮੇਰੇ ਭਲੇ ਵਾਸਤੇ ਹੀ ਹੈ, ਪ੍ਰਮਾਤਮਾ ਮੇਰੇ ਭਲੇ ਵਾਸਤੇ ਹੀ ਕਰ ਰਿਹਾ, ਚਾਹੇ ਕੁਛ ਵੀ ਹੈ, ਚਾਹੇ ਸੁੱਖ ਹੈ ਚਾਹੇ ਦੁੱਖ ਹੈ। ਤੇ ਜਿਸ ਮਨੁੱਖ ਦੇ ਅੰਦਰੋਂ ਕਹਿੰਦੇ ਸਾਰੇ ਵੈਰ ਵਿਰੋਧ ਮਿਟ ਜਾਂਦੇ ਹਨ, ਜਿਸ ਨੂੰ ਜਗਤ ਵਿੱਚ ਕੋਈ ਵੈਰੀ ਨਹੀਂ ਦਿਸਦਾ, ਸਾਰੇ ਆਪਦੇ ਦਿਸਦੇ ਹੈ, ਮਨ ਦੇ ਵਿੱਚ ਕਿਸੇ ਲਈ ਵੀ ਕੋਈ ਰੱਤਾ ਮਾਤਰ ਵੀ ਈਰਖਾ ਨਹੀਂ ਵੀ ਫਲਾਣੇ ਨੇ ਮੈਨੂੰ ਆਹ ਕਿਹਾ ਸੀਗਾ ਤੇ ਮੈਂ ਇਹਦਾ ਬਦਲਾ ਲੈਣਾ, ਮੈਨੂੰ ਫਲਾਣੇ ਥਾਂ ਆਹ ਗੱਲ ਕਹੀ ਸੀ। ਕਈ ਵਾਰੀ ਇਹ ਅਸੀਂ ਪੱਲੇ ਬੰਨ੍ਹ ਕੇ ਬਹਿ ਜਾਂਦੇ ਹਾਂ, ਉਸ ਨੂੰ ਭੁੱਲਦੇ ਨਹੀਂ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਨਹੀਂ ਕਰਨਾ। ਕਹਿੰਦੇ ਜਿਸ ਮਨੁੱਖ ਦੇ ਅੰਦਰ ਸਾਰੇ ਵੈਰ ਵਿਰੋਧ ਮਿਟ ਜਾਂਦੇ ਹੈ, ਜਿਸ ਨੂੰ ਜਗਤ ਵਿੱਚ ਕੋਈ ਵੀ ਵੈਰੀ ਨਹੀਂ ਦਿਸਦਾ, ਜਿਹੜਾ ਹਰ ਥਾਂ ਸਿਰਫ ਪਰਮਾਤਮਾ ਨੂੰ ਹੀ ਵੇਖਦਾ ਹੈ। ਫਿਰ ਅੱਗੇ ਫਰਮਾਨ ਹੈ, ਡਰ ਚੁੱਕੇ ਬਿਨਸੇ ਅੰਧਿਆਰੇ, ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ। ਨਹੀਂ ਭਾਈ, ਐਸਾ ਕੋਵਡ ਭਾਗੀ ਆਇਆ, ਗੁਰਬਾਣੀ ਦੇ ਸ਼ਬਦ ਹੈ। ਕਹਿੰਦੇ ਜਿਸ ਦੇ ਅੰਦਰੋਂ ਸਾਰੇ ਡਰ ਮੁੱਕ ਜਾਂਦੇ ਨੇ। ਕਹਿੰਦੇ ਐਸਾ ਕੋਈ ਹੈ ਵਡਭਾਗੀ, ਵੱਡੇ ਭਾਗਾਂ ਵਾਲਾ, ਕੋਈ ਵਿਰਲਾ ਹੈ ਜਿਹਦੇ ਅੰਦਰੋਂ ਸਾਰੇ ਡਰ ਮੁੱਕ ਜਾਂਦੇ ਹਨ। ਆਤਮਿਕ ਜੀਵਨ ਦੇ ਰਸਤੇ ਦੇ ਸਾਰੇ ਹਨੇਰੇ ਦੂਰ ਹੋ ਜਾਂਦੇ ਹਨ। ਐਸਾ ਕੋਈ ਹੈ ਵੱਡੇ ਭਾਗਾਂ ਵਾਲਾ, ਜਿਸ ਦੇ ਅੰਦਰ ਨਿਰਲੇਪ ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਆਪ ਛੋੜ ਪਏ ਸਰਨਾਈ, ਜਿਸ ਕਾ ਸਾ ਤਿਸ ਘਾਲਣਾ। ਜਿਹੜਾ ਮਨੁੱਖ ਆਪਾ ਭਾਵ ਦੂਰ ਕਰਕੇ
ਪਰਮਾਤਮਾ ਦੀ ਸ਼ਰਣੀ ਪੈਂਦਾ ਹੈ, ਗੁਰੂ ਦੀ ਸ਼ਰਣੀ ਪੈਂਦਾ ਹੈ, ਆਪਾ ਭਾਵ ਤਿਆਗ ਕੇ ਵੀ ਮੈਂ ਕੁਛ ਨਹੀਂ ਹੈ, ਜੋ ਵੀ ਕੁਛ ਪ੍ਰਮਾਤਮਾ ਹੈ ਉਹੀ ਮੈਨੂੰ ਆਪਦੀ ਸ਼ਰਨ ਵਿੱਚ ਲਿਆਉਣ ਵਾਲਾ ਹੈ, ਉਹੀ ਸਭ ਕੁਛ ਕਰਨ ਵਾਲਾ ਹੈ। ਮੇਰੇ 'ਚ ਹਿੰਮਤ ਨਹੀਂ ਹੈ ਇੰਨੀ ਵੀ ਮੈਂ ਕੁਛ ਆਪਦੀ ਆਪ ਕਰ ਸਕਾਂ। ਜਿਹੜਾ ਕਹਿੰਦੇ ਇਸ ਤਰ੍ਹਾਂ ਜਿਸ ਦਾ ਜੀਵਨ ਬਣ ਜਾਂਦਾ ਹੈ, ਇਹੋ ਜਿਹੀ ਸੋਚ ਜਿਹੜੇ ਦੀ ਬਣ ਜਾਂਦੀ ਹੈ, ਤੇ ਜਿਸ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਉਸੇ ਦੀ ਸਿਮਰਨ ਦੀ ਘਾਲ ਕਮਾਈ ਫਿਰ ਕਰਦਾ ਜਿਹੜਾ। ਫਿਰ ਅੱਗੇ ਫਰਮਾਨ ਹੈ, ਐਸਾ ਕੋਵਿਡ ਭਾਗੀ ਆਇਆ ਆਠ ਪਹਿਰ ਜਿਨ ਖਸਮ ਤੇ ਆਇਆ। ਨਹੀਂ ਭਾਈ, ਕੋਈ ਵਿਰਲਾ ਹੀ ਅਜਿਹਾ ਭਾਗਾਂ ਵਾਲਾ ਮਨੁੱਖ ਜੰਮਦਾ ਇਸ ਧਰਤੀ ਤੇ ਆਉਂਦਾ ਜਿਹੜਾ ਅੱਠੇ ਪੈਰ ਮਾਲਕ ਪ੍ਰਭੂ ਦਾ ਨਾਮ ਯਾਦ ਕਰਦਾ ਹੈ, ਉਹਦੀ ਭਜਨ ਬੰਦਗੀ ਕਰਦਾ ਹੈ, ਸੇਵਾ ਸਿਮਰਨ ਕਰਦਾ ਜਿਹੜਾ ਅੱਠੇ ਪੈਰ। ਕਹਿੰਦੇ ਕੋਈ ਵਿਰਲਾ ਹੀ ਹੈ ਵੱਡੇ ਭਾਗਾਂ ਵਾਲਾ। ਉਸ ਮਨੁੱਖ ਦੀ ਸੰਗਤ ਦੇ ਵਿੱਚ ਰਹਿ ਕੇ ਹਰੇਕ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਤਿਸ ਜਨ ਕੈ ਸੰਗ ਤਰੈ ਸਭ ਕੋਈ, ਸੋ ਪਰਿਵਾਰ ਸਧਾਰਨ। ਕਹਿੰਦੇ ਫਿਰ ਇਹੋ ਜਿਹੇ ਬੰਦੇ ਦੀ ਸੰਗਤ ਕਰਨੀ ਚਾਹੀਦੀ ਹੈ ਜਿਹੜਾ ਨਾਮ ਬਾਣੀ ਦੇ ਵਿੱਚ, ਸੇਵਾ ਸਿਮਰਨ ਦੇ ਵਿੱਚ ਅੱਠੇ ਪੈਰ ਭਿੱਜਿਆ ਰਹਿੰਦਾ ਹੈ, ਜਿਹਦੇ ਅੰਦਰ ਹਉਮੈ ਨਹੀਂ ਹੈ, ਜਿਹਨੇ ਆਪਾ ਭਾਗ ਤਿਆਗਿਆ ਹੋਇਆ ਹੈ। ਕਹਿੰਦੇ ਉਹੋ ਜਿਹੀ ਦੀ ਸੰਗਤ ਕਰਨੀ ਚਾਹੀਦੀ ਹੈ। ਫਿਰ ਉਹੋ ਜਿਹੀ ਦੀ ਜਿਹੜੀ ਇਹੋ ਜਿਹੇ ਮਨੁੱਖ ਦੀ ਕੋਈ ਸੰਗਤ ਕਰ ਲੈਂਦਾ ਹੈ ਤਾਂ ਕਹਿੰਦੇ ਉਹਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਫਿਰ ਉਹ, ਤੇ ਉਹ ਮਨੁੱਖ ਆਪਣੇ ਪਰਿਵਾਰ ਵਾਸਤੇ ਸਹਾਰਾ ਬਣ ਜਾਂਦਾ ਹੈ, ਆਪਣੀਆਂ ਕਈ ਕੁਲਾਂ ਤਾਰ ਦਿੰਦਾ ਹੈ। ਫਿਰ ਅੱਗੇ ਫਰਮਾਨ ਹੈ, ਇਹ ਬਖਸ਼ੀਸ਼ ਖਸਮ ਤੇ ਪਾਵਾ ਆਠ ਪਹਿਰ ਕਰ ਜੋੜ ਤੇ ਆਵਾ। ਨਾਮ ਜਪੀ ਨਾਮ ਸਹਿਜ ਸਮਾਵਾ, ਨਾਮ ਨਾਨਕ ਮਿਲੈ ਉਚਾਰਨਾ। ਨਹੀਂ ਨਾਨਕ, ਇਹ ਭਾਈ ਜੇ ਮੇਰੇ ਮਾਲਕ ਦੀ ਮਿਹਰ ਮੇਰੇ ਉੱਤੇ ਹੋਵੇ ਤਾਂ ਮੈਂ ਉਸ ਮਾਲਕ ਪਾਸੋਂ ਇਹ ਦਾਤ ਹਾਸਲ ਕਰਾਂ। ਕਿਹੜੀ? ਕਿ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਉਸ ਦਾ ਨਾਮ ਸਿਮਰਦਾ ਰਹਾ। ਜੇ ਉਹਦੀ ਮਿਹਰ ਹੋਵੇ ਮੇਰੇ ਉੱਤੇ ਤਾਂ ਉਸ ਦਾ ਨਾਮ ਜਪਦਾ ਰਹਾ, ਠੀਕ ਹੈ। ਉਸ ਦੇ ਨਾਮ ਵਿੱਚ ਆਤਮਿਕ ਅਡੋਲਤਾ ਵਿੱਚ ਲੀਨ ਰਹਾ। ਜੇ ਉਹਦੀ ਕਿਰਪਾ ਹੋਵੇ, ਮਿਹਰ ਹੋਵੇ, ਮੈਨੂੰ ਉਸ ਦਾ ਨਾਮ ਜਪਣ ਦੀ ਦਾਤ ਮਿਲੀ ਰਹੇ, ਜੇ ਉਹਦੀ ਕਿਰਪਾ ਹੋਵੇ ਤਾਂ। ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ। ਵਿਚਾਰਾਂ ਕਰਦਿਆਂ ਬੇਅੰਤਾਈਆਂ ਹੋ ਗਈਆਂ ਨੇ। ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣਯੋਗ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।